बसपा तो बाद लैफ्ट नाल भी गठजोड़ की कवायद च अकाली दल पार्टियां नाल गलबात जारी। सिकंदर मलूका बोले कांग्रेस आप ते बीजेपी तो इलावा सारियां नाल हो सकता है अलायंस। दिल्ली के सिक्ख्या मंत्री के इल्जामां ते कैप्टन का पलटवार, कहा 2022 की हार देख के आप लगा रही बहाने। सिसोदिया आउण दिखावांगा पंजाब के स्कूल। स्कूली सिक्ख्या च पंजाब के अव्वल आउण ते दिल्ली सरकार ने चुके ने सवाल। फतेह किट विवाद ते सेहत मंत्री ने एक बार फिर दिता स्पष्टीकरण, बोले कोरोना पीक ते होण करके खरीदनी पई सी महंगी किट, विरोधी लगा रहे झूठे इल्जाम। अकाली बसपा गठजोड़ ते विरोधियों ने साधे तिखे निशाने। बीजेपी बोली डुबदे अकाली दल ने लिया तिनके का सहारा। कांग्रेस का वार खुदकुशी कर रही है मायावती की पार्टी, तो आपने कसिया तंज किते जल्द ना हो जाए तलाक। पंजाब च भखिया एससी स्कॉलरशिप का मुद्दा। आम आदमी पार्टी ने एससी कमिशन नूं चिट्ठी लिख के सरकार ते भ्रिष्टाचार दे लगाए इल्जाम। साधु सिंह धर्मसोत ते मनप्रीत बादल नूं तलब करन दी कीती मंग। जोरदार गर्मी तो बाद एक बार फिर पंजाब चंडीगढ़ समेत उत्तरी भारत च पिया मींह। गर्मी तो मिली राहत, किसानां दे चेहरे भी खिड़े। सत श्री अकाल। न्यूज़ 18 पंजाब हरियाणा हिमाचल देख रहे दर्शकों का स्वागत। मैं हाँ अर्शदीप संधू। शुरुआत करते हैं अज की पहली खबर के नाल। बसपा तो बाद हुण लैफ्ट के नाल गठजोड़ करन दी तैयारी दे विच अकाली दल नज़र आ रहा। अकाली दल के आगू सिकंदर सिंह मलूका दे वल्लों यह वड्डा बयान दिता गया। उन्होंने कहा कि लैफ्ट पार्टियां दे नाल हुण गलबात चल रही है, लैफ्ट पार्टियां दे नाल भी गलबात जारी है, तो लैफ्ट पार्टियां दे नाल अकाली दल गठजोड़ कर सकता है। इस किस्म के संकेत सिकंदर सिंह मलूका ने दिते ने। उन्होंने यह भी कहा कि कांग्रेस, आम आदमी पार्टी ते बीजेपी नूं छड्ड के सब दे नाल अलायंस हो सकता है। सिकंदर सिंह मलूका का यह वड्डा बयान सामने आया है। बीएसपी दे नाल कल अलायंस की अनाउंसमेंट अकाली दल दे वल्लों की गई है। कल बीएसपी दे नाल अलायंस किया गया है। सीटां की भी चर्चा हुई सी, सीटां भी डिसाइड कर दित्तियां गईयां ने, तो उस तो बाद हुण संकेत दिते गए ने कि लैफ्ट पार्टियां दे नाल भी गठजोड़ नूं लैके गलबात चल रही है। बहुत बड़ा फायदा देगा गठजोड़। 1996 ਨੂੰ ਦੁਹਰਾਏਗਾ, ਉਦੋਂ ਅੱਗੇ ਜਾਏਗਾ। ਬਿਲਕੁਲ ਤੁਸੀਂ ਵੇਖੋਗੇ ਕਿ ਬਹੁਤ ਵੱਡੀ ਜਿੱਤ ਜਿਹੜਾ ਗਠਜੋੜ ਕਰੇਗਾ। ਸਾਡੀ ਕੋਸ਼ਿਸ਼ ਹਲੇ ਹੋਰ ਵੀ ਹੈ। ਅਸੀਂ ਤਿੰਨ ਪਾਰਟੀਆਂ ਨੂੰ ਛੱਡ ਕੇ, ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਹਮਖਿਆਲ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਕਮਿਊਨਿਸਟ ਪਾਰਟੀਆਂ ਨੇ ਦੋਨੇ, ਉਹਨਾਂ ਨਾਲ ਵੀ ਸਾਡਾ ਕੋਈ ਵਿਚਾਰਕ ਮਤਭੇਦ ਨਹੀਂ। ਸਾਡੀਆਂ ਨੀਤੀਆਂ ਮਿਲਦੀਆਂ ਨੇ। ਜਿਵੇਂ ਬਹੁਜਨ ਅਸੀਂ 96 'ਚ ਕੀਤਾ, ਉਹਨਾਂ ਨਾਲ ਵੀ ਸਾਡਾ 80 ਤਾਈਂ ਸਮਝੌਤਾ ਰਿਹਾ ਪੰਜਾਬ ਦੇ ਵਿੱਚ। 67 ਤੋਂ ਲੈ ਕੇ 80 ਤਾਈਂ ਅਸੀਂ ਇਕੱਠੇ ਚੋਣਾਂ ਲੜਦੇ ਰਹੇ ਹਾਂ। ਸੋ ਸਾਡੀ ਕੋਸ਼ਿਸ਼ ਉਹਨਾਂ ਨਾਲ ਵੀ ਚੱਲ ਰਹੀ ਹੈ। ਉਸੇ ਵੇਲੇ ਤੋਂ ਗੱਲਬਾਤ ਕਮਿਊਨਿਸਟ ਪਾਰਟੀਆਂ ਨਾਲ ਦੋਨਾਂ ਨਾਲ ਵੀ ਸਾਡੀ ਚੱਲਦੀ ਹੈ। ਬੜੇ ਵਧੀਆ ਮਾਹੌਲ ਦੇ ਵਿੱਚ ਚੱਲ ਰਹੀ ਹੈ। ਇਸ ਵੇਲੇ ਦਿੱਲੀ ਵੀ ਚੱਲਦੀ ਹੈ, ਇੱਥੇ ਵੀ ਚੱਲਦੀ ਹੈ। ਸੋ ਸਾਨੂੰ ਲੱਗਦਾ ਵੀ ਉਹ ਵੀ ਸਾਡਾ ਸਿਰੇ ਚੜ੍ਹ ਜਾਏਗਾ, ਕਿਉਂਕਿ ਸਾਡੇ ਵਿੱਚ ਟਕਰਾਓ ਨਹੀਂ ਹੈਗਾ, ਨਾ ਕਮਿਊਨਿਸਟ ਪਾਰਟੀਆਂ ਦਾ, ਨਾ ਬਹੁਜਨ ਦਾ, ਆਪ ਵੀ ਦੀ ਵੀ ਨਹੀਂ ਹੈਗਾ ਇਹਨਾਂ ਦਾ ਕੋਈ। ਅਸੀਂ ਉਹਨਾਂ ਨੂੰ ਵੀ ਪੁੱਛ ਲਿਆ ਸੀ, ਬਹੁਜਨ ਨਾਲ ਕਰ ਲਈਏ ਤੁਹਾਨੂੰ ਕੋਈ ਇਤਰਾਜ਼ ਨਹੀਂ, ਬਹੁਜਨ ਨੂੰ ਵੀ ਪੁੱਛ ਲਿਆ ਸੀ, ਉਹਨਾਂ ਨਾਲ ਕਰ ਲਈਏ ਤੁਹਾਨੂੰ ਕੋਈ ਇਤਰਾਜ਼ ਨਹੀਂ। ਨੋ, ਸਾਰਾ ਇੱਕ ਨੀਤੀ ਹੈਗੀ। ਤੇ ਉਧਰ ਅਕਾਲੀ ਦਲ ਤੇ ਬਸਪਾ ਦੇ ਵਿਚਾਲੇ ਗੱਠਜੋੜ ਦੇ ਨਾਲ ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਗੱਠਜੋੜ ਹੋਣ 'ਚ ਆਇਆ। ਹਾਲਾਂਕਿ ਭਾਈਵਾਲੀ ਪੁਰਾਣੀ ਸੀ, ਕਿਉਂਕਿ ਦੋਵੇਂ ਪਾਰਟੀਆਂ 1996 'ਚ ਲੋਕ ਸਭਾ ਚੋਣਾਂ ਲੜ ਚੁੱਕੀਆਂ ਨੇ, ਪਰ ਉਦੋਂ ਗੱਠਜੋੜ ਟੁੱਟ ਗਿਆ ਸੀ। ਹੁਣ 25 ਸਾਲ ਤੋਂ ਬਾਅਦ ਫੇਰ ਦੋਵਾਂ ਪਾਰਟੀਆਂ ਦਾ ਮਿਲਾਪ ਹੋਇਆ। ਅਕਾਲੀ ਦਲ ਤੇ ਬਸਪਾ ਦੇ ਇਸ ਗੱਠਜੋੜ ਨੇ ਪੰਜਾਬ ਦੇ ਇੱਕ ਵਾਰ ਫੇਰ ਕਈ ਸਮੀਕਰਨ ਬਦਲ ਦਿੱਤੇ ਨੇ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਇੱਕ ਵਾਰ ਮੁੜ ਤੋਂ ਸਾਥੀ ਬਣ ਗਏ ਨੇ। ਬੀਜੇਪੀ ਦੇ ਨਾਲ ਅਲਾਇੰਸ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਚੁਣਿਆ। ਇੱਕ ਤਾਂ ਨੈਸ਼ਨਲ ਪਾਰਟੀ ਨਾਲ ਗਠਜੋੜ ਤੇ ਦੂਜਾ 22 ਦੀਆਂ ਚੋਣਾਂ ਦੇ ਵਿੱਚ ਦਲਿਤਾਂ ਦੀ ਵੋਟ ਸਾਧਣ ਦੀ ਕੋਸ਼ਿਸ਼। ਇਸ ਨਵੇਂ ਗਠਜੋੜ ਦੇ ਨਾਲ ਨਵੇਂ ਸਮੀਕਰਨ ਸਾਹਮਣੇ ਆ ਰਹੇ ਨੇ। ਗਠਜੋੜ ਦੀ ਬੁਨਿਆਦ 97-20 ਦੇ ਫਾਰਮੂਲੇ ਤਹਿਤ ਰੱਖੀ ਗਈ ਹੈ। ਮਤਲਬ ਅਕਾਲੀ ਦਲ 97 ਸੀਟਾਂ ਜਦਕਿ 20 ਸੀਟਾਂ ਤੇ ਬਸਪਾ ਚੋਣ ਲੜੇਗੀ। ਮੈਂ ਮਾਇਆਵਤੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਆ ਅਲਾਇੰਸ ਹੋਣ ਵਿੱਚ, ਆ ਦੋ ਪਰਿਵਾਰ ਇਕੱਠੇ ਜੁੜਨ ਵਿੱਚ ਸਭ ਤੋਂ ਵੱਡਾ ਯੋਗਦਾਨ ਮੈਂ ਮਾਇਆਵਤੀ ਜੀ ਦਾ।
1996 ਚ ਵੀ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਹੋਇਆ ਸੀ। ਉਸ ਸਮੇਂ ਗਠਜੋੜ ਨੇ ਲੋਕ ਸਭਾ ਦੀਆਂ 13 ਦੇ ਵਿੱਚੋਂ 11 ਸੀਟਾਂ ਜਿੱਤੀਆਂ, ਪਰ ਕਿਸੇ ਗੱਲੋਂ ਇਹ ਗਠਜੋੜ ਅੱਗੇ ਨਹੀਂ ਚੱਲਿਆ। ਪਰ ਹੁਣ ਮੁੜ ਤੋਂ ਸੁਖਬੀਰ ਬਾਦਲ ਤੇ ਮਾਇਆਵਤੀ ਦੀ ਪਾਰਟੀ ਇਕੱਠਿਆਂ 22 ਦੀ ਪਾਰੀ ਖੇਡਣ ਜਾ ਰਹੇ ਨੇ। क्योंकि आज बहुजन समाज पार्टी जो कि एक नेशनल पार्टी है, उसका गठबंधन पंजाब की सबसे मजबूत पार्टी अकाली दल, श्रोमणी अकाली दल के साथ में हो रहा है। ਅਕਾਲੀ ਦਲ ਦਲਿਤ ਡਿਪਟੀ ਸੀਐਮ ਦਾ ਐਲਾਨ ਤਾਂ ਪਹਿਲਾਂ ਹੀ ਕਰ ਚੁੱਕਿਆ ਹੈ ਤੇ ਹੁਣ ਬਸਪਾ ਦੇ ਨਾਲ ਗਠਜੋੜ ਕਰਕੇ ਇਸ ਐਲਾਨ ਤੇ ਮੁਹਰ ਲਗਾਉਣਾ ਚਾਹੁੰਦਾ ਹੈ। 25 ਸਾਲਾਂ ਤੋਂ ਬਹੁਜਨ ਸਮਾਜ ਪਾਰਟੀ ਵੀ ਲਗਾਤਾਰ ਚੋਣਾਂ ਲੜਦੀ ਆ ਰਹੀ ਹੈ, ਪਰ ਪੰਜਾਬ 'ਚ ਬਸਪਾ ਦੇ ਕਿਸੇ ਲੀਡਰ ਨੂੰ ਕੋਈ ਜਿੱਤ ਨਹੀਂ ਮਿਲੀ। ਇਹ ਬਸਪਾ ਦੇ ਲਈ 골ਡਨ ਚਾਂਸ ਮੰਨਿਆ ਜਾ ਸਕਦਾ ਹੈ। ਦੋਵੇਂ ਪਾਰਟੀਆਂ ਵੱਲੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਦੋਵੇਂ ਪਾਰਟੀਆਂ ਦਾ ਗਠਜੋੜ 96 ਵਾਲੇ ਪ੍ਰਦਰਸ਼ਨ ਨੂੰ ਮੁੜ ਦੁਹਰਾਏਗਾ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਰੋਹਿਤ ਬੰਸਲ, ਨਿਊਜ਼ 18 ਪੰਜਾਬ। ਤੇ ਗੱਠਜੋੜ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਦੇ ਨਾਲ ਫੋਨ ਤੇ ਗੱਲ ਕੀਤੀ। ਨਵੀਂ ਭਾਈਵਾਲੀ ਦੇ ਲਈ ਬਸਪਾ ਸੁਪਰੀਮੋ ਮਾਇਆਵਤੀ ਨੂੰ ਉਹਨਾਂ ਨੇ ਵਧਾਈ ਦਿੱਤੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਪੰਜਾਬ ਤੋਂ ਚੋਣ ਲੜਨ ਦਾ ਵੀ ਸੱਦਾ ਦਿੱਤਾ। हेलो बहन जी, बहुत बहुत मुबारक आपको जी। हाँ जी, बहुत खुशी हुई, इतनी खुशी हुई है कि मैं बयान नहीं कर सकता। सब सेरेमनी होगी, बहुत खुशी हुई जी। आप जल्दी आपको दावत देंगे कि पंजाब में आएं। ठीक है जी, ठीक। हाँ, आगे से आप इलेक्शन भी पंजाब से लड़ा करें। आपका स्वास्थ्य पूछ रही है, आपका स्वास्थ्य, आपका सेहत ठीक है जी? आपकी सेहत पूछ रही मेरी ठीक है जी, बिल्कुल ठीक है। ठीक। हेलो हेलो ਤੇ ਅਕਾਲੀ ਦਲ ਨਾਲ ਗੱਠਜੋੜ ਤੋਂ ਬਾਅਦ ਮਾਇਆਵਤੀ ਨੇ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ ਹੈ ਕਿ ਪੰਜਾਬ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਐਲਾਨਿਆ ਗੱਠਜੋੜ ਇੱਕ ਨਵੀਂ ਸਿਆਸੀ ਅਤੇ ਸਮਾਜਿਕ ਪਹਿਲ ਹੈ ਜੋ ਸੂਬੇ 'ਚ ਜਨਤਾ ਦੇ ਵਿਕਾਸ, ਪ੍ਰਗਤੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਸ ਇਤਿਹਾਸਿਕ ਕਦਮ ਲਈ ਲੋਕਾਂ ਨੂੰ ਹਾਰਦਿਕ ਵਧਾਈ। ਉਹਨਾਂ ਨੇ ਹੋਰ ਟਵੀਟ ਕੀਤੇ ਨੇ। ਉਹਨਾਂ ਨੇ ਲਿਖਿਆ ਹੈ ਕਿ ਉਂਝ ਤਾਂ ਪੰਜਾਬ 'ਚ ਸਮਾਜ ਦਾ ਹਰ ਤਬਕਾ ਕਾਂਗਰਸ ਪਾਰਟੀ ਦੇ ਸ਼ਾਸਨ 'ਚ ਗਰੀਬੀ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ, ਪਰ ਇਸ ਦੀ ਸਭ ਤੋਂ ਜ਼ਿਆਦਾ ਮਾਰ ਦਲਿਤਾਂ, ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਤੇ ਪੈ ਰਹੀ ਹੈ, ਜਿਸ ਤੋਂ ਮੁਕਤੀ ਪਾਉਣ ਲਈ ਆਪਣੇ ਇਸ ਗੱਠਜੋੜ ਨੂੰ ਕਾਮਯਾਬ ਬਣਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਇਹ ਵੀ ਲਿਖਿਆ ਕਿ ਨਾਲ ਹੀ ਪੰਜਾਬ ਦੀ ਸਾਰੀ ਜਨਤਾ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਅਕਾਲੀ ਦਲ ਅਤੇ ਬਸਪਾ ਵਿਚਾਲੇ ਅੱਜ ਹੋਏ ਇਸ ਇਤਿਹਾਸਿਕ ਗੱਠਜੋੜ ਨੂੰ ਆਪਣਾ ਪੂਰਨ ਸਮਰਥਨ ਦੇਣ ਅਤੇ 2022 ਦੀ ਸ਼ੁਰੂਆਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਇਸ ਗੱਠਜੋੜ ਦੀ ਸਰਕਾਰ ਬਣਾਉਣ 'ਚ ਪੂਰੇ ਜੀ ਜਾਨ ਨਾਲ ਹੁਣੇ ਤੋਂ ਹੀ ਜੁੜ ਜਾਣ। ਤੇ ਇਸ ਨਵੇਂ ਗੱਠਜੋੜ ਨੂੰ ਅਕਾਲੀ ਦਲ ਬਸਪਾ ਨੇ ਇਤਿਹਾਸਿਕ ਕਰਾਰ ਦਿੱਤਾ ਹੈ ਤੇ ਦੂਸਰੇ ਪਾਸੇ ਵਿਰੋਧੀਆਂ ਨੇ ਇਸ ਗੱਠਜੋੜ ਨੂੰ ਲੈ ਕੇ ਦੋਵੇਂ ਪਾਰਟੀਆਂ ਤੇ ਖੂਬ ਤੰਜ ਕਸੇ ਨੇ। के कहने पर इन दोनों एक्टर्स के बीच जुगलबंदी करवाई जा रही है। कहने का मतलब है कि मोदी जी के कहने पे, मोदी जी के इशारे पे और मोदी जी की वजह से बसपा और अकाली दल का ये गठबंधन हुआ है कि शायद इन्हां दोनों के कंपीटिशन च ना बहुजन समाज पार्टी नंबर 1 ਤੇ ਆਏਗੀ और नंबर 2 ਤੇ ਸੁਖਬੀਰ ਬਾਦਲ ਆਏਗਾ। और क्योंकि ये ਜਿਹੜਾ गठबंधन है, गठजोड़ है, कोई दलितां वास्ते थोड़ी है, ये तो बेचारे कुर्सी का गठबंधन है, कुर्सी का गठजोड़ है और कमजोर गठजोड़ है। ਡੁੱਬਦੇ ਨੂੰ ਚਾਹੀਦਾ ਉਹਦਾ ਤਿਨਕੇ ਦਾ ਸਹਾਰਾ। ਔਰ ਅਕਾਲੀ ਦਲ ਦਾ ਜੋ ਹਾਲ ਇਸ ਵੇਲੇ ਪੰਜਾਬ ਦੇ ਵਿੱਚ ਹੈਗਾ, ਉਸਨੇ ਇੱਕ ਬੀਐਸਪੀ ਨਾਲ ਗੱਠਜੋੜ ਕੀਤਾ 20 ਸੀਟਾਂ ਦਾ। ਮੈਂ ਤਾਂ ਇਹ ਕਹਾਂਗਾ ਕਿ ਇੱਕ ਦੋਨਾਂ ਨੂੰ ਮੌਕਾ ਪ੍ਰਸਤੀ ਦਾ ਅਲਾਇੰਸ ਕਹਾਂਗਾ ਇਸ ਨੂੰ। ਔਰ ਇਹਦਾ ਕੋਈ ਪੰਜਾਬ ਦੀ ਰਾਜਨੀਤੀ 'ਚ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। 2017 ਦੇ ਵਿੱਚ ਬਸਪਾ ਨੇ 111 ਸੀਟਾਂ ਲੜੀਆਂ ਸੀਗੀਆਂ ਔਰ ਮੁਸ਼ਕਿਲ ਨਾਲ ਉਹਨੂੰ 1.52% ਵੋਟ ਪਏ ਸਨ।
ਔਰ 1996 'ਚ ਵੀ ਅਕਾਲੀ ਦਲ ਨੇ ਉਹਨਾਂ ਨਾਲ ਅਲਾਈਅੰਸ ਕੀਤਾ ਸੀਗਾ। ਤੇ ਮਨੀਸ਼ ਸਿਸੋਦੀਆ ਦੇ ਇਲਜ਼ਾਮਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕੀਤਾ ਹੈ। ਮਨੀਸ਼ ਸਿਸੋਦੀਆ ਦਿੱਲੀ ਦੇ ਡਿਪਟੀ ਸੀਐਮ ਨੇ ਸਕੂਲੀ ਸਿੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲਈ ਪੰਜਾਬ 'ਚ ਅੰਗੂਰ ਖੱਟੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ 2022 ਦੀ ਹਾਰ ਆਮ ਆਦਮੀ ਪਾਰਟੀ ਨੂੰ ਦਿਖ ਰਹੀ ਹੈ ਤੇ ਇਸੇ ਕਰਕੇ ਉਹਨਾਂ ਦੇ ਵੱਲੋਂ ਬਹਾਨੇ ਲਗਾਏ ਜਾ ਰਹੇ ਨੇ। ਉਹਨਾਂ ਨੇ ਚੈਲੰਜ ਕੀਤਾ ਕਿ ਪੰਜਾਬ ਆਓ, ਮੈਂ ਤੁਹਾਨੂੰ ਸਾਡੇ ਸਕੂਲ ਦਿਖਾਵਾਂਗਾ। ਸਿਸੋਦੀਆ ਨੇ ਪੀਜੀਆਈ ਇੰਡੈਕਸ 'ਚ ਪੰਜਾਬ ਦੇ ਗ੍ਰੇਡ ਤੇ ਸਵਾਲ ਚੁੱਕੇ ਸਨ। ਤੇ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਵੀ ਪਲਟਵਾਰ ਕੀਤਾ ਹੈ। दिन पहले मोदी जी की सरकार ने देश में सरकारी स्कूलों के एजुकेशन सिस्टम पर एक रिपोर्ट जारी की है। इस रिपोर्ट में मोदी जी ने कहा है कि देश में पंजाब के सरकारी स्कूल सबसे शानदार हैं और दिल्ली के स्कूल बेकार हैं। दिल्ली के सरकारी स्कूल बेकार हैं, लेकिन पंजाब के सरकारी स्कूल देश में नंबर 1 है। ये मोदी जी ने अपनी रिपोर्ट में कहा है। ये रिपोर्ट बताती है, जिसमें मोदी जी पंजाब के सरकारी स्कूलों को देश का नंबर 1 सरकारी स्कूल बता रहे हैं, कि किस तरह से मोदी जी और कैप्टन साहब की जुड़वा दोस्ती इस समय पंजाब के चुनावों में चल रही है। ये पंजाब के चुनाव से ठीक पहले ये रिपोर्ट जारी की गई है, कुछ समय पहले। और जैसा मैंने कहा कि इसमें पंजाब के सरकारी स्कूलों को देश में सबसे शानदार सरकार। ये शिक्षा मंत्री मनीष सिसोदिया जी से कहना चाहता हूँ, ये पंजाब की शिक्षा विभाग की पूरी टीम ने जो कार्य किया है, उनकी मेहनत रही है, ये उसका नतीजा है। ये ठीक है कि आज दिल्ली वालों को अंगूर खट्टे लगने लग गए, पर पंजाब के लिए, पंजाबियों के लिए ये एक बहुत प्राउड मोमेंट है, बड़ी खुशी का वक्त है। और मैं उनसे ये कहना चाहता हूँ, अगर कुछ पंजाब से सीखने की बात हो तो सीख लेना चाहिए। हर वक्त अपना ਤੇ ਫਤਿਹ ਕਿਟ ਨੂੰ ਲੈ ਕੇ ਵਿਵਾਦ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਫਤਿਹ ਕਿਟ ਵਿਵਾਦ ਦੇ ਉੱਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਫਾਈ ਦਿੱਤੀ ਹੈ। ਬਲਬੀਰ ਸਿੱਧੂ ਨੇ ਵਿਰੋਧੀਆਂ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਪੀਕ ਤੇ ਹੋਣ ਕਰਕੇ ਮਹਿੰਗੀ ਕਿਟ ਖਰੀਦੀ ਗਈ ਸੀ ਤੇ ਵਿਰੋਧੀਆਂ ਦੇ ਉੱਤੇ ਝੂਠ ਬੋਲਣ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਨੇ। ਖਰੀਦੀਆਂ ਜਾ ਸਕਦੀਆਂ ਨਹੀਂ, ਬਿਲਕੁਲ ਨਹੀਂ। ਉਸ ਬੰਦੇ ਨੇ ਬਕਾਇਦਾ ਜਿੰਨੀ ਉਹਨੂੰ ਕੁਆਂਟੀਟੀ ਦਾ ਟੈਂਡਰ ਸੀਗਾ ਉਸ ਤੋਂ ਵੱਧ ਉਹਨੇ ਸਪਲਾਈ ਕੀਤਾ। ਜਦੋਂ ਪਿਛਲੇ ਸਾਲ ਐਜ਼ ਮਾਰਚ ਤੇ ਬਹੁਤ ਡਾਊਨ ਆ ਗਿਆ ਸੀ ਸ਼ੁਰੂ ਦੇ ਵਿੱਚ, ਉਦੋਂ ਅਸੀਂ ਉਹਨੂੰ ਰਿਵਿਊ ਕੀਤਾ ਸੀਗਾ, ਉਦੋਂ ਘੱਟ ਰੇਟ ਆ ਗਿਆ ਸੀਗਾ। ਸਪਲਾਈ ਜਿੰਨੀ ਉਹਦੀ ਸਪਲਾਈ ਬਣਦੀ ਉਹ ਉਹਨੇ ਪ੍ਰੋਵਾਈਡ ਸਾਨੂੰ ਸਪਲਾਈ ਦਿੱਤੀ ਹੈ। ਪਲੱਸ ਜਿਹੜਾ ਉਦੋਂ ਆ ਟੈਂਡਰ ਹੋਇਆ ਸੀਗਾ ਉਹਦੇ ਵਿੱਚ ਥੋੜ੍ਹਾ ਜਿਹਾ ਰੇਟ ਘੱਟ ਗਿਆ, ਲੇਕਿਨ ਉਹ ਬੰਦਾ ਸਪਲਾਈ ਦੇਣ ਤੋਂ ਭੱਜ ਗਿਆ। ਟੈਂਡਰ ਕਰਨਾ ਪਿਆ ਤਾਂ ਟੈਂਡਰ ਜ਼ਿਆਦਾ ਹਾਈ ਰੇਟ ਦਾ ਆ ਗਿਆ, ਉਹਨੂੰ ਅਸੀਂ ਫਿਰ ਕੈਂਸਲ ਕੀਤਾ। ਦੁਬਾਰਾ ਰੇਟ ਆ ਜੋ ਉਦੋਂ ਪੂਰੀ ਪੀਕ ਤੇ ਸੀਗਾ, ਜਦੋਂ ਪਲਸ ਆਕਸੀਮੀਟਰ ਮਿਲਦਾ ਨਹੀਂ ਸੀਗਾ, ਤੇ ਫਿਰ ਉਹ 1195 ਰੁਪਏ ਹੋਇਆ। ਅੱਜ ਫਿਰ ਉਹ 800 ਕੁਛ ਰੁਪਏ ਦੇ ਉੱਤੇ ਦੁਬਾਰਾ ਵਾਪਸ ਆ ਗਿਆ। ਤੇ ਲੇਕਿਨ ਮੈਂ ਇਹ ਕਹੂੰਗਾ ਕਿ ਵੀ ਇਹਦੇ ਵਿੱਚ ਕਿਹੜੀ ਵੱਡੀ ਗੱਲ ਸੀ? ਜੋ ਅਸੀਂ ਕਿਹਾ ਉਹ ਕਰਕੇ ਦਿਖਾਇਆ। ਲੇਕਿਨ ਇਹ ਬੰਦੇ ਕਹਿਣਗੇ ਸਕੈਮ ਹੋ ਗਿਆ ਜੀ, ਫਲਾਣਾ ਹੋ ਗਿਆ। ਮੈਂ ਕਹਿੰਦਾ ਅੱਜ ਕੇਜਰੀਵਾਲ ਦੱਸੇ ਉਹਨੇ ਸਕੈਮ ਕੀਤਾ, ਕੀ ਕੀਤਾ, ਇਹਦਾ ਗੱਲਾਂ ਜਵਾਬ ਆਪ ਵਾਲੇ ਵੀ ਦੇਣ, ਤੇ ਜਿਹੜੇ ਅਕਾਲੀ ਦਲ ਵਾਲੇ ਝੂਠ ਬੋਲਦੇ ਨੇ ਉਹ ਵੀ ਸਾਡੇ ਸਾਹਮਣੇ ਗੱਲ ਕਰਨਗੇ ਵੀ ਹਾਂ ਅਸੀਂ ਗੱਲ ਕੀਤੀ। ਤੇ ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਸਤੰਬਰ ਤੱਕ ਕੋਰੋਨਾ ਵਾਇਰਸ ਦੀ ਤੀਸਰੀ ਵੇਵ ਆ ਸਕਦੀ ਹੈ, ਪਰ ਇਸ ਦਾ ਅਸਰ ਬੱਚਿਆਂ ਤੇ ਨਹੀਂ ਹੋਵੇਗਾ। ਪੀਜੀਆਈ ਬੱਚਿਆਂ ਤੇ ਸੀਰੋ ਸਰਵੇ ਸ਼ੁਰੂ ਕਰ ਰਿਹਾ ਹੈ, ਜਿਸ ਦੇ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ 5 ਤੋਂ 18 ਸਾਲ ਦੇ ਬੱਚਿਆਂ 'ਚ ਐਂਟੀਬਾਡੀਜ਼ ਬਣੀਆਂ ਨੇ ਜਾਂ ਨਹੀਂ, ਯਾਨੀ ਕਿ ਉਹਨਾਂ ਦੇ ਵਿੱਚ ਜਿਹੜੀ ਸਮਰੱਥਾ ਹੈ ਕੋਰੋਨਾ ਵਾਇਰਸ ਦੇ ਨਾਲ ਲੜਨ ਦੇ ਲਈ ਉਹ ਪੈਦਾ ਹੋਈ ਹੈ ਜਾਂ ਨਹੀਂ। ਉਸ ਨੂੰ ਲੈ ਕੇ ਇੱਕ ਸਰਵੇ ਪੀਜੀਆਈ ਦੇ ਵੱਲੋਂ ਕੰਡਕਟ ਕੀਤਾ ਜਾ ਰਿਹਾ ਹੈ, ਇੱਕ ਸਰਵੇ ਸ਼ੁਰੂ ਕੀਤਾ ਗਿਆ। ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਦਾ ਇਹ ਵੱਡਾ ਬਿਆਨ ਹੈ। ਉਹਨਾਂ ਨੇ ਕਿਹਾ ਹੈ ਕਿ ਸਤੰਬਰ ਤੱਕ ਕੋਰੋਨਾ ਦੀ ਤੀਸਰੀ ਵੇਵ ਆ ਸਕਦੀ ਹੈ, ਪਰ ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਇਸ ਦਾ ਅਸਰ ਬੱਚਿਆਂ ਤੇ ਨਹੀਂ ਹੋਵੇਗਾ। ਨਾਲ ਹੀ ਪੀਜੀਆਈ ਦੇ ਵੱਲੋਂ ਬੱਚਿਆਂ ਦੇ ਉੱਤੇ ਇੱਕ ਸੀਰੋ ਸਰਵੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਇਹ ਮਦਦ ਮਿਲੇਗੀ। ਪਤਾ ਲਗਾਇਆ ਜਾਵੇਗਾ 5 ਤੋਂ 18 ਸਾਲ ਦੇ ਬੱਚਿਆਂ ਦੇ ਵਿੱਚ ਇਹ ਸਰਵੇ ਹੋਏਗਾ ਕਿ ਉਹਨਾਂ ਦੇ ਵਿੱਚ ਐਂਟੀਬਾਡੀਜ਼ ਬਣੀਆਂ ਨੇ ਜਾਂ ਨਹੀਂ।
बेशक कोरोना की दूसरी वेव अब कहीं थम रही है, लेकिन तीसरी वेव की बातें भी शुरू हो गई हैं और कहा जा रहा है कि बच्चों पर इसका खास असर पड़ेगा। क्या तीसरी वेव आएगी तो क्या सिर्फ बच्चे प्रभावित होंगे या सभी? और तैयारियां क्या हैं? क्योंकि पीजीआई देश का पहला हॉस्पिटल है जो बच्चों पर सीरो सर्वे करने जा रहा है कि क्या एंटीबॉडी बनी है या कितने बच्चे में खुद हार्ड इम्यूनिटी है। इन तमाम बातों पर हमारे साथ मौजूद हैं पीजीआई के डायरेक्टर प्रोफेसर जगत राम। और ये कमरा अपने आप में उनका खास है क्योंकि जब भी वो कुछ प्रेडिक्शन करते हैं वो सच होता है। जैसे कि हमने कहा था कि कोरोना जब पीक पर होगा तो डॉक्टर साहब ने बताया था, और जब थमेगा तब भी उन्होंने बताया था। ये जानेंगे कि अगर थर्ड वेव आ रही है कब आएगी और क्या सभी प्रभावित होंगे या बच्चे प्रभावित होंगे, इन सब पर बात होगी। सर, क्या थर्ड वेव, पहले मैं बात शुरू करूंगा सीरो सर्वे से पहले, थर्ड वेव का क्या सीन है? हाँ, डेफिनेटली अब जो सेकेंड वेव है ये तो काफ़ी कम नंबर ऑफ पेशेंट्स काफ़ी कम हो रहे हैं, दिन प्रतिदिन कम होते जा रहे हैं। जैसे कि मई में 4,14,000 पेशेंट थे, अब ये लाख से भी कम हो चुके हैं और इसमें लगभग दो से ढाई महीना लगेगा ताकि ये तो 8 से 10 हज़ार तक जब नंबर हमारा आएगा कंट्री का। और डेफिनेटली जो थर्ड वेव है आएगी, ऐसा नहीं है कि ये एक्सक्लूसिवली बच्चों को इन्वॉल्व करेगी, इसमें भी सभी एज ग्रुप, एडल्ट है या एल्डरली है या बच्चे हैं, सारे इन्वॉल्व होंगे। सेकेंड वेव में भी सारा एज ग्रुप इन्वॉल्व हुआ था, तो मैं नहीं मानता कि ये एक्सक्लूसिवली बच्चों को ही प्रभावित करेगी या इफेक्ट करेगी। कब तक, और अगर थर्ड वेव आएगी कब तक आएगी और इसको रोकने के पहले से क्या इंतजाम है? हाँ, थर्ड वेव जो एक्सपेक्टेड है लगभग 2.5 से 3 महीने के करीब, सितंबर अक्टूबर में उम्मीद की जाती है कि ये आएगी। और हमें तो तैयारी करनी है, तो उसके लिए प्रिपरेशंस तो हमारी अच्छी है क्योंकि सेकेंड वेव में जब नंबर ऑफ पेशेंट्स इतने हाई थे तो ऑक्सीजन बेड की कोई कमी नहीं रही सेकेंड वेव में। इसके साथ साथ में वेंटिलेटर्स भी हम लोगों ने काफ़ी इंक्रीज़ किए, तो हम थर्ड वेव के लिए भी बेड्स ठीक है, पता है कि नहीं इतने बच्चे इन्वॉल्व होंगे जितना एक्सपेक्ट किया है, फिर भी हम लोगों ने बच्चों के लिए भी इंक्रीज नंबर ऑफ बेड्स बढ़ा दिए हैं। और जैसे पहले 50 के करीब हमारे बेड थे, अब हम लोगों ने 100 और उससे भी अगर ज़्यादा ज़रूरत पड़ेगी तो ऑक्सीजन बेड प्रोवाइड किए जाएंगे। वीडियो जर्नलिस्ट विनोद के साथ उमेश मौदगिल, न्यूज़ 18 ਚੰਡੀਗੜ੍ਹ। ਤੇ ਕੋਰੋਨਾ ਵਾਇਰਸ ਨਾਲ ਜੁੜੇ ਸਮਾਨ ਤੇ ਜੀਐਸਟੀ ਨੂੰ ਘਟਾ ਦਿੱਤਾ ਗਿਆ ਹੈ। ਜੀਐਸਟੀ ਕਾਉਂਸਲ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ। ਬਲੈਕ ਫੰਗਸ ਦੀਆਂ ਦਵਾਈਆਂ ਤੇ ਕੋਈ ਟੈਕਸ ਨਹੀਂ ਲੱਗੇਗਾ। ਵੈਕਸੀਨ ਤੇ ਜੀਐਸਟੀ ਘਟਾ ਕੇ 5% ਕੀਤਾ ਗਿਆ ਤੇ ਰੈਮਡੇਸਿਵਰ ਤੇ ਟੈਕਸ 12 ਤੋਂ ਘਟਾ ਕੇ 5% ਕੀਤਾ ਗਿਆ। ਐਂਬੂਲੈਂਸ ਤੇ ਜੀਐਸਟੀ 28 ਤੋਂ ਘਟਾ ਕੇ 12% ਕੀਤਾ ਗਿਆ। ਇਹ ਫੈਸਲੇ ਲਏ ਗਏ ਨੇ ਜੀਐਸਟੀ ਕਾਉਂਸਲ ਦੀ ਬੈਠਕ ਦੇ ਵਿੱਚ। कोविड नाल जुड़ियां जिहड़ियां चीज़ां ने, वैक्सीन्स ने, दवाइयां ने या एंबूलेंस है, उन्हां दे उत्ते जीएसटी नूं घटाया गया। ब्लैक फंगस दीयां दवाइयां ते कोई टैक्स नहीं लगेगा। वैक्सीन ते जीएसटी नूं घटा के 5% किया गया। रेमडेसिविर ते टैक्स 12 तो घटा के 5% किया गया। एंबूलेंस ते जीएसटी 28 तो घटा के 12% किया गया। ਤੇ ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਵੀ ਆਪਣਾ ਮੋਹਰੀ ਯੋਗਦਾਨ ਦਈਏ, ਜਿਸ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਦੇ ਵੱਲ ਕਦਮ ਵਧਾ ਸਕੀਏ। ਅਤੇ ਨੈਟਵਰਕ 18 ਇਸ ਮੁਹਿੰਮ 'ਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ, ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ